अस्सलाम वालेकुम जी दोस्तों ਅਸੀਂ ਜੜ੍ਹਾਂ ਵਾਲੇ ਹੋ ਕੇ ਉਸ ਤੋਂ ਅੱਗੇ ਜੱਸੂਆਣਾ ਬੰਗਲਾ ਆਇਆ ਸੀ ਨਾ ਕਿਹੜਾ ਪਾਲੈਂਡ ਬੰਗਲੇ ਤੋਂ ਅੱਗੇ ਆਏ ਜੜ੍ਹਾਂ ਵਾਲੇ ਤੋਂ ਸਤਿਆਣੇ ਤਕਰੀਬਨ 25-30 ਕਿਲੋਮੀਟਰ ਦਾ ਫਾਸਲਾ ਹੈ ਜੜ੍ਹਾਂ ਵਾਲੇ ਤੋਂ ਸਤਿਆਣੇ ਦਾ। ਤੇ ਹੁਣ ਅਸੀਂ ਤਕਰੀਬਨ ਉਸ ਤੋਂ ਸਤਿਆਣੇ ਤੋਂ 7 ਕਿਲੋਮੀਟਰ ਪਿੱਛੇ ਕਿਹੜਾ ਪਿੰਡ ਦਾ ਨਾਮ ਹੈ ਕੱਤੀ ਚੱਕ ਉੱਥੇ ਬਾਬੇ ਸਾਦਕ ਸਾਈਂ ਦਾ ਮੇਲਾ ਲੱਗਾ ਉੱਥੇ ਅਸੀਂ ਪਹੁੰਚ ਚੁੱਕੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਬੜੇ ਪਿੱਛੇ ਢੋਲ ਵੱਜ ਰਹੇ ਨੇ, ਧਮਾਲਾਂ ਪੈ ਰਹੀਆਂ ਤੇ ਚੱਲਦੇ ਹਾਂ ਉੱਥੇ। ਤੁਹਾਨੂੰ ਤੁਸੀਂ ਵੀ ਨਾਲ ਆਓ ਤੇ ਤੁਹਾਨੂੰ ਇੰਜੋਏ ਕਰਵਾਉਂਦੇ ਹਾਂ ਤੇ ਅਸੀਂ ਆਪ ਖੁਦ ਵੀ ਕਰਦੇ ਹਾਂ। ਦੋਸਤੋ, ਪੰਜਾਬ ਭਾਵੇਂ ਚੜ੍ਹਦਾ ਹੋਏ ਭਾਵੇਂ ਲਹਿੰਦਾ ਪੰਜਾਬ, ਮੇਲੇ ਇਸ ਧਰਤੀ ਦਾ ਕਲਚਰ ਨੇ। ਇਹਨਾਂ ਮੇਲਿਆਂ 'ਤੇ ਤੁਹਾਨੂੰ ਹਰ ਇਲਾਕੇ ਦਾ ਆਪਣਾ ਆਪਣਾ ਹੁਸਨ ਨਜ਼ਰ ਆਵੇਗਾ। ਇਹ ਉਰਸ ਜਿਹੜੇ ਕਿ ਅਸੀਂ ਔਲੀਆ ਕਰਾਮ ਦੀ ਯਾਦ ਵਿੱਚ ਮੁਨੱਕਦ ਕਰਦੇ ਹਾਂ, ਅਗਰ ਇਹਨਾਂ ਨੂੰ ਅਸੀਂ ਪੰਜਾਬੀ ਕਲਚਰ ਜਾਂ ਪੰਜਾਬੀ ਫੈਸਟੀਵਲ ਸਮਝ ਕੇ ਇੰਜੋਏ ਕਰੀਏ ਤੇ ਮੇਰੇ ਖਿਆਲ ਦੇ ਵਿੱਚ ਇਹ ਉਰਸ ਤੇ ਮੇਲੇ ਫਿਰ ਹਰ ਤਬਕਾ ਫਿਕਰ ਦੇ ਨਾਲ ਤਾਲੁਕ ਰੱਖਣ ਵਾਲਿਆਂ ਵਾਸਤੇ ਕਾਬਲੇ ਕਬੂਲ ਹੋਣਗੇ। ਇਹ ਉਰਸ ਵੀ ਇੱਕ ਕਲਚਰਲ ਫੈਸਟੀਵਲ ਹੀ ਹੈ। ਅਗਰ ਇਹਨੂੰ ਅਸੀਂ ਮਜ਼ਹਬੀ ਇਕਾਇਦ ਨਾਲ ਜੋੜਾਂਗੇ ਤੇ ਫਿਰ ਕਈ ਐਸੇ ਮਸਲਕ ਨੇ ਜਿਨ੍ਹਾਂ ਨੂੰ ਇਹ ਉਰਸ ਇੱਕ ਮਜ਼ਹਬੀ ਤਿਉਹਾਰ ਦੇ ਤੌਰ 'ਤੇ ਕਬੂਲ ਨਹੀਂ ਹੈਗਾ, ਬਲਕਿ ਅਗਰ ਇੱਕ ਗੈਰ ਜਾਨਬਦਾਰ ਹੋ ਕੇ ਕੋਈ ਵੀ ਤਜਜ਼ੀਆ ਕਰੇ ਤੇ ਇਹਨਾਂ ਮੇਲਿਆਂ 'ਤੇ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਨਾ ਤਾਂ ਸ਼ਰਈ ਲਿਹਾਜ਼ ਨਾਲ ਹੀ ਜਾਇਜ਼ ਨੇ, ਨਾ ਹੀ ਸਾਡੇ ਮਜ਼ਹਬ ਵਿੱਚ ਇਸ ਚੀਜ਼ ਦੀ ਗੁੰਜਾਇਸ਼ ਹੈ। ਬਹਰਹਾਲ ਹਰ ਇਨਸਾਨ ਦੀ ਆਪਣੀ ਆਪਣੀ ਅਲੱਗ ਸੋਚ ਹੁੰਦੀ ਹੈ ਤੇ ਸਾਨੂੰ ਇਹਦਾ ਇਹਤਰਾਮ ਵੀ ਕਰਨਾ ਚਾਹੀਦਾ। ਜਿਵੇਂ ਕਿ ਮੇਰੇ ਨਾਲ ਅਮਜਦ ਭਾਈ, ਇਹਨਾਂ ਨੂੰ ਬਾਬਾ ਜੀ ਸਾਦਕ ਸਾਈਂ ਸਾਹਿਬ ਨਾਲ ਬਹੁਤ ਅਕੀਦਤ ਹੈ ਤੇ ਸਿੱਧੀ ਜੀ ਗੱਲ ਹੈ ਕਿ ਮੈਨੂੰ ਉਸ ਲੈਵਲ ਦੀ ਅਕੀਦਤ ਤੇ ਨਹੀਂ ਹੈਗੀ, ਲੇਕਿਨ ਫਿਰ ਵੀ ਮੈਂ ਉਹਨਾਂ ਦਾ ਬਹੁਤ ਇਹਤਰਾਮ ਕਰਦਾ ਕਿ ਉਹ ਬਜ਼ੁਰਗ ਗੁਜ਼ਰੇ ਨੇ ਤੇ ਮੇਰੀ ਨਜ਼ਰ ਵਿੱਚ ਉਹ ਅੱਲਾ ਦੇ ਨੇਕ ਬਜ਼ੁਰਗ ਗੁਜ਼ਰੇ ਨੇ ਜਿਨ੍ਹਾਂ ਨੇ ਆਪਣੀ ਇਬਾਦਤ ਰਿਆਜ਼ਤ ਦੇ ਨਾਲ ਅੱਲਾ ਦਾ ਕੁਰਬ ਹਾਸਲ ਕੀਤਾ ਹੋਣਾ। ਪਰ ਅਸੀਂ ਲੋਕਾਂ ਨੇ ਉਹਨਾਂ ਦੇ ਨਾਂ ਦੇ ਨਾਲ ਬਹੁਤ ਸਾਰੇ ਕਿੱਸੇ ਅਤੇ ਕਹਾਣੀਆਂ ਐਸੇ ਮਨਸੂਬ ਕਰ ਦਿੱਤੇ ਕਿ ਜਿਨ੍ਹਾਂ ਦੇ ਬਾਰੇ ਵਿੱਚ ਸਾਨੂੰ ਕੁਝ ਠੋਸ ਸ਼ਵਾਹਦ ਨਹੀਂ ਮਿਲਦੇ, ਬਲਕਿ ਇਹ ਕਿੱਸੇ ਜ਼ੁਬਾਨ ਦਰ ਜ਼ੁਬਾਨ ਚੱਲਦੇ ਚੱਲਦੇ ਸਾਡੇ ਵਾਸਤੇ ਅਕੀਦੇ ਦੀ ਹੈਸੀਅਤ ਇਖਤਿਆਰ ਕਰ ਗਏ ਨੇ। ਬਹਰਹਾਲ ਅਸੀਂ ਦੋਵੇਂ ਆਪਣੇ ਆਪਣੇ ਨਜ਼ਰੀਏ ਦੇ ਨਾਲ ਇਸ ਮੇਲੇ ਜਾਂ ਉਰਸ ਮੁਬਾਰਕ ਨੂੰ ਇੰਜੋਏ ਕਰਨ ਵਾਸਤੇ ਆਏ ਹੋਏ ਹਾਂ। ਇਸ ਮੇਲੇ ਦੀ ਖਸੂਸੀਅਤ ਇਹ ਹੈ ਕਿ ਫੈਸਲਾਬਾਦ ਦਾ ਤਕਰੀਬਨ ਸਭ ਤੋਂ ਮਸ਼ਹੂਰ ਮੇਲਾ ਹੈ ਤੇ ਇਸ ਮੇਲੇ ਦੀ ਧੁੰਮ ਦੂਰ ਦੂਰ ਤੱਕ ਫੈਲੀ ਹੋਈ ਹੈ। ਮੇਲੇ ਦੀ ਆਰਗੇਨਾਈਜ਼ਿੰਗ ਕਮੇਟੀ ਕਈ ਦਿਨ ਪਹਿਲੇ ਤੋਂ ਹੀ ਇਸ ਮੇਲੇ ਦੀ ਤਿਆਰੀ ਸ਼ੁਰੂ ਕਰ ਦਿੰਦੀ ਹੈ ਤੇ ਤਕਰੀਬਨ 20 ਏਕੜ ਤੋਂ ਵੀ ਜ਼ਿਆਦਾ ਜਗ੍ਹਾ 'ਤੇ ਲੱਗੇ ਹੋਏ ਖਾਣ ਪੀਣ ਦੇ ਸਟਾਲ ਤੇ ਝੂਲੇ ਇਸ ਗੱਲ ਦਾ ਸਬੂਤ ਨੇ ਕਿ ਲੋਕੀ ਵੀ ਇਸ ਉਰਸ ਦੀ ਉਡੀਕ ਦੇ ਵਿੱਚ ਬੈਠੇ ਰਹਿੰਦੇ ਨੇ ਕਿ ਕਦੋਂ ਬਾਬਾ ਜੀ ਦਾ ਉਰਸ ਆਏਗਾ ਤੇ ਅਸੀਂ ਜਾ ਕੇ ਇੰਜੋਏ ਕਰਾਂਗੇ। ਬਾਬਾ ਜੀ ਸਾਦਕ ਸਾਈਂ ਮਸਤ ਦੇ ਦਰਬਾਰ 'ਤੇ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਕਿ ਕੁਝ ਤਬਕਾ ਫਿਕਰ ਦੇ ਲੋਕਾਂ ਨੂੰ ਨਾਗਵਾਰ ਗੁਜ਼ਰਦੀਆਂ ਨੇ, ਉਹ ਇਹ ਨੇ ਕਿ ਮੇਲੇ ਤੇ ਚਾਰ ਚਫੇਰੇ ਚਰਸ ਦੀ ਨਾਗਵਾਰ ਬੂ ਫੈਲੀ ਹੋਈ ਹੈ। ਦੂਸਰਾ, ਸਾਡੀਆਂ ਆਮ ਘਰੇਲੂ ਖਵਾਤੀਨ ਮਜ਼ਾਰ ਸ਼ਰੀਫ 'ਤੇ ਹਾਜ਼ਰੀ ਦੇਣ ਦੀ ਨੀਅਤ ਨਾਲ ਆਉਂਦੀਆਂ ਨੇ, ਮਗਰ ਰਸ਼ ਹੋਣ ਦੀ ਵਜ੍ਹਾ ਤੋਂ ਉਹਨਾਂ ਦੇ ਵਾਸਤੇ ਕਾਫੀ ਮੁਸ਼ਕਲ ਸੂਰਤ ਹਾਲ ਹੁੰਦੀ ਹੈ। ਅਤੇ ਤੀਸਰਾ, ਦਰਬਾਰ ਸ਼ਰੀਫ ਦੇ ਮਜ਼ਾਰ ਸ਼ਰੀਫ ਜਿਹੜਾ ਉਹਦੇ ਆਲੇ ਦੁਆਲੇ ਢੋਲ ਢਮੱਕਾ ਅਤੇ ਧਮਾਲ ਦੀ ਵਜ੍ਹਾ ਤੋਂ ਕੁਝ ਲੋਕ ਇਸ ਚੀਜ਼ ਨੂੰ ਨਾਪਸੰਦ ਕਰਦੇ। ਜਿਹੜੀ ਚੀਜ਼ ਮੈਨੂੰ ਪਸੰਦ ਆਈ ਉਹ ਇਹ ਹੈ ਕਿ ਸਾਡੇ ਇਸ ਧਰਤੀ ਦੇ ਲੋਕ ਜਿਨ੍ਹਾਂ ਨੂੰ ਖੁਸ਼ੀ ਦਾ ਮਤਲਬ ਹੀ ਭੁੱਲਿਆ ਹੁੰਦਾ, ਉਹ ਵੀ ਇੱਥੇ ਆ ਕੇ ਇੰਜੋਏ ਕਰ ਲੈਂਦੇ ਨੇ, ਆਪਣੇ ਦੁੱਖ ਥੋੜ੍ਹੀ ਦੇਰ ਲਈ ਭੁੱਲ ਕੇ ਅਤੇ ਮੇਲੇ 'ਤੇ ਆ ਕੇ ਹੱਲਾ ਗੁੱਲਾ ਕਰ ਲੈਂਦੇ ਨੇ। ਅਗਰ ਖਾਣ ਪੀਣ ਵਾਲੀਆਂ ਚੀਜ਼ਾਂ ਵੱਲ ਵੇਖਿਆ ਜਾਏ, ਇੰਝ ਹੀ ਲੱਗਦਾ ਜਿਵੇਂ ਪੂਰਾ ਇੱਕ ਸ਼ਹਿਰ ਆਬਾਦ ਹੋਇਆ। ਬਾਜ਼ਾਰਾਂ ਦੇ ਬਾਜ਼ਾਰ ਲੱਗੇ ਹੋਏ ਨੇ, ਮਗਰ ਇਹ ਬਾਜ਼ਾਰ ਖੇਤਾਂ ਦੇ ਵਿੱਚ ਆਰਜ਼ੀ ਤੌਰ 'ਤੇ ਬਣਾਏ ਗਏ ਨੇ। ਇਸ ਵਜ੍ਹਾ ਬਹੁਤ ਸਾਰੇ ਆਵਾਮ ਦੀ ਭੀੜ ਅਤੇ ਉਹਨਾਂ ਦੇ ਚੱਲਣ ਫਿਰਨ ਦੇ ਨਾਲ ਉਹਨਾਂ ਦੇ ਪੈਰਾਂ ਦੇ ਨਾਲ ਜਿਹੜੀ ਧੂੜ ਉੱਡਦੀ ਹੈ ਉਹ ਸਾਰੀ ਉੱਡ ਕੇ ਅਤੇ ਇਹਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਆ ਕੇ ਤੇ ਜੰਮ ਜਾਂਦੀ ਹੈ ਅਤੇ ਫਿਰ ਉਹੀ ਲੋਕਾਂ ਦੀ ਸਿਹਤ ਵੀ ਖਰਾਬ ਹੁੰਦੀ ਅਤੇ ਲੋਕਾਂ ਦੇ ਵਾਸਤੇ ਬਿਮਾਰੀਆਂ ਦਾ ਵੀ ਬਾਸ ਨੇ। ਮੇਰੇ ਖਿਆਲ ਦੇ ਮੁਤਾਬਕ ਆਰਗੇਨਾਈਜ਼ਿੰਗ ਕਮੇਟੀ ਨੂੰ ਇਸ ਬਾਰੇ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਖਾਣ ਵਾਲੀਆਂ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਮ ਅਜ਼ ਕਮ ਜਿਨ੍ਹਾਂ ਨੇ ਸਟਾਲ ਲਾਏ ਨੇ ਉਹਨਾਂ ਵਾਸਤੇ ਇਹ ਕੀਤਾ ਜਾਏ ਕਿ ਤੁਸੀਂ ਇਹ ਸਟਾਲ ਜਿਹੜੇ ਨੇ ਉਹ ਸ਼ੀਸ਼ੇ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਪਈਆਂ ਹੋਣ, ਨਾ ਕਿ ਤੁਸੀਂ ਬਾਹਰ ਹੀ ਰੱਖੇ ਹੋਣ ਤਾਂ ਕਿ ਸਾਰੀ ਮਿੱਟੀ ਜਿਹੜੀ ਉੱਡ ਕੇ ਉਹਨਾਂ ਦੇ ਉੱਤੇ ਪਏ। ਤੁਸੀਂ ਵੇਖ ਸਕਦੇ ਹੋ ਕਿ ਚਾਰ ਚਫੇਰੇ ਰਾਤ ਦਾ ਟਾਈਮ ਹੈ, ਲੇਕਿਨ ਲੋਕ ਜਿਹੜੇ ਨੇ ਜੌਕ ਦਰ ਜੌਕ ਇਸ ਮੇਲੇ ਦੇ ਵਿੱਚ ਸ਼ਾਮਲ ਹੋਏ ਨੇ। ਹਰ ਪਾਸੇ ਲੋਕਾਂ ਦੀ ਭੀੜ ਹੀ ਭੀੜ ਹੈ। ਇੰਨੇ ਲੋਕ ਤੁਸੀਂ ਦੇਖੇ ਹੋਣੇ ਨੇ ਕਿ ਕਿਤੇ ਵੀ ਤੁਹਾਨੂੰ ਆਮ ਜ਼ਿੰਦਗੀ ਦੇ ਵਿੱਚ ਇੰਨਾ ਰਸ਼ ਨਜ਼ਰ ਨਹੀਂ ਆਏਗਾ। ਹਰ ਪਾਸੇ ਲੋਕਾਂ ਦੀ
ਹਜੂਮ ਹੀ ਹਜੂਮ ਹੈ। ਤੇ ਆ ਬੱਚਿਆਂ ਦੇ ਖਿਡੌਣੇ ਨੇ, ਤੁਸੀਂ ਇੱਥੋਂ ਆ ਕੇ ਆਪਣੇ ਬੱਚਿਆਂ ਵਾਸਤੇ ਇੱਕ ਯਾਦਗਾਰ ਦੇ ਤੌਰ 'ਤੇ ਇੱਥੋਂ ਖਿਡੌਣੇ ਖਰੀਦ ਸਕਦੇ ਹੋ। ਬਹੁਤ ਸਾਰੇ ਖਿਡੌਣੇ, ਹੋ ਸਕਦਾ ਹੈ ਕਿ ਬਾਜ਼ਾਰ ਨਾਲੋਂ ਥੋੜ੍ਹੇ ਜਿਹੇ ਮਹਿੰਗੇ ਹੋਣ, ਲੇਕਿਨ ਅਸੀਂ ਤੁਹਾਨੂੰ ਥੋੜ੍ਹੀ ਜਿਹੀ ਕੀਮਤ ਦਿਖਾ ਦਈਏ ਕਿ ਐਡੇ ਮਹਿੰਗੇ ਵੀ ਨਹੀਂ ਹੈਗੇ। ਇਹ ਖਿਡੌਣੇ 100 ਰੁਪਏ, 150 ਰੁਪਏ, 50 ਰੁਪਏ, 30 ਰੁਪਏ, ਇਹ ਇਹਨਾਂ ਨੇ ਕੀਮਤਾਂ ਲਿਖ ਕੇ ਤੇ ਲਟਕਾ ਕੇ ਤੇ ਸੇਲ ਲਾਈ ਹੋਈ ਹੈ। ਤੇ ਇੱਥੋਂ ਹੀ ਕਈ ਲੋਕ ਆਪਣੇ ਬੱਚਿਆਂ ਵਾਸਤੇ ਚੀਜ਼ਾਂ ਖਰੀਦਦੇ ਨੇ। ਮਾਸ਼ਾਅੱਲਾ, ਮੈਨੂੰ ਹਜੇ ਵੀ ਯਾਦ ਹੈ, ਮੈਂ ਛੋਟਾ ਜਿਹਾ ਹੁੰਦਾ ਸਾਂ ਉਦੋਂ ਇੱਕ ਮੇਲਾ ਅਟੈਂਡ ਕੀਤਾ ਸੀ, ਅਤੇ ਉਦੋਂ ਮੇਰੇ ਅੱਬੂ ਨੇ ਫਿਰ ਗੱਡੀ ਲੈ ਕੇ ਦਿੱਤੀ ਸੀ, ਕਾਰ, ਉਹ ਛੋਟੀ ਜਿਹੀ ਬੱਸ ਸੀ, ਉਹ ਲੈ ਕੇ ਦਿੱਤੀ ਸੀ। ਮੇਰੇ ਜ਼ਿਹਨ ਦੇ ਵਿੱਚ ਹਜੇ ਵੀ ਉਹ ਚੀਜ਼ਾਂ, ਉਹ ਗੱਡੀ, ਉਹ ਨਕਸ਼ੇ, ਬਿਲਕੁਲ ਸੇਮ ਸਿਚੁਏਸ਼ਨ ਇਹੀ ਸੀ, ਅਤੇ ਅਸੀਂ ਬੜਾ ਉਦੋਂ ਵੀ ਇੰਜੋਏ ਕੀਤਾ ਸੀ। ਬਾਜ਼ਾਰ ਲੱਗੇ ਹੋਏ ਨੇ ਜਿਵੇਂ ਬਰਾਬਰ ਬਾਜ਼ਾਰ ਲੱਗਦੇ, ਤੇ ਚਾਰ ਸਵੇਰੇ ਆਵਾਮ ਹੀ ਆਵਾਮ, ਲੇਡੀਜ਼ ਬਹੁਤ ਜ਼ਿਆਦਾ ਸੀ। ਹਾਲਾਂਕਿ ਲੇਡੀਜ਼ ਨੂੰ ਹੋਣਾ ਨਹੀਂ ਚਾਹੀਦਾ ਵੈਸੇ ਮੇਰੇ ਖਿਆਲ ਦੇ ਨਾਲ, ਲੇਕਿਨ ਬਹੁਤ ਜ਼ਿਆਦਾ ਫੀਮੇਲ ਵੀ ਬਹੁਤ ਜ਼ਿਆਦਾ ਆਈਆਂ, ਬੜੀ ਬੜੀ ਦੂਰੋਂ ਰਸ਼ ਇੰਨਾ ਜ਼ਿਆਦਾ ਕਿ ਅੱਜ ਜਿਹੜਾ ਮੇਲੇ ਦੇ ਅੱਜ ਸਰਾਗ ਦਾ ਪਹਿਲਾ ਦਿਨ, ਅੱਜ ਪਹਿਲਾ ਦਿਨ। ਕਿੰਨੇ ਦਿਨ ਆਣਾ? 3 ਦਿਨ ਤੇ ਹੁੰਦਾ ਅੱਛਾ, 28, 29 ਤੇ 30 3 ਦਿਨ ਰਹੇ ਆ। ਪਾਕਿਸਤਾਨ ਦੇ ਨਾਮਵਰ ਫਨਕਾਰ ਜਿਹੜੇ ਆ, ਆਰਫ ਫਲੋਜ਼ ਸਾਰੇ ਪਾਕਿਸਤਾਨ ਦੇ ਜਿਹੜੇ ਵੱਡੇ ਵੱਡੇ ਫਨਕਾਰ ਨੇ, ਉਹ 2.5-3 ਲੱਖ ਰੁਪਈਆ ਤਕਰੀਬਨ ਲੈ ਕੇ ਤੇ ਇੱਥੇ ਆਉਂਦੇ ਨੇ, ਇੱਥੇ ਐਡਵਾਂਸ ਲੈਂਦੇ ਨੇ। ਉਸ ਤੋਂ ਬਾਅਦ ਜਿਹੜੇ ਲੋਕੀ ਦਿੰਦੇ ਉਹ ਲੈਦਾ, ਤੇ ਟਿਕਟ ਵੀ ਫ੍ਰੀ ਸੁਣ ਲੈਂਦੇ। ਅੱਛਾ, ਫ੍ਰੀ ਟਿਕਟ ਇੱਥੇ ਫ੍ਰੀ ਚ ਫਿਰ ਤਾਂ ਬਹੁਤ ਲੱਗੀ। ਤਾਂ ਵੇਖੋ ਤੁਸੀਂ ਬਾਜ਼ਾਰ ਬਣੇ ਹੋਏ ਨੇ, ਪ੍ਰੋਪਰ ਬਾਜ਼ਾਰ, ਚੀਜ਼ਾਂ ਲੱਗੀਆਂ ਹੋਈਆਂ। ਇੱਥੋਂ ਤੁਸੀਂ ਖਿਡੌਣੇ ਲੈ ਕੇ ਜਾ ਸਕਦੇ ਹੋ, ਮੁਖਤਲਿਫ ਬੱਚਿਆਂ ਦੇ ਖਿਡੌਣੇ ਨੇ, ਤੇ ਰਸ਼ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਜਿਵੇਂ ਈਦ ਤੇ ਰਸ਼ ਹੁੰਦਾ, ਇਸ ਤਰ੍ਹਾਂ ਮੇਲੇ ਤੇ ਰਸ਼। ਹਾਂ, ਅਨਾਰਕਲੀ ਬਾਜ਼ਾਰ ਬਣਿਆ ਹੋਇਆ। ਅਮਜਦ ਭਾਈ ਨਾਲ ਨਾ ਰਹਿਓ, ਗੁੰਮ ਨਾ ਹੋ ਜਾਓ। ਮੈਂ ਨਾ ਬਲਕਿ ਗੁੰਮ ਹੋ ਜਾ, ਮੈਨੂੰ ਆਪਣੀ ਫਿਕਰ ਹੈ। ਇੱਥੋਂ ਤੁਸੀਂ ਆ ਗਈ, ਇੱਥੋਂ ਫਿਲਮਾਂ ਲੱਗਦੀਆਂ, ਤਸਵੀਰ ਖਿਚਾਉਂਦੇ। ਅੱਛਾ, ਤਸਵੀਰ ਖਿਚਵਾ ਸਕਦੇ ਹੋ ਬਈ ਇੱਥੇ। ਅੱਛਾ ਅੱਛਾ, ਆਓ ਪੁੱਛੀਏ ਇਹਨਾਂ ਨੂੰ। ਹਾਂਜੀ, ਕੀ ਹਾਲ ਭਾਜੀ? ਠੀਕ ਹੋ? ਲਓ ਜੀ, ਇੱਥੇ ਤਸਵੀਰ ਖਿੱਚਣਗੇ, ਇੱਥੇ ਸਿਸਟਮ ਚੋਂ ਕੱਢ ਕੇ ਦੇ ਦੇਣਗੇ ਨਾਲ ਜੀ। ਉਹ ਪ੍ਰਿੰਟਰ ਵਗੈਰਾ ਰੱਖਿਆ ਇਹਨਾਂ ਨੇ, ਪ੍ਰਿੰਟਰ ਤੋਂ ਤਸਵੀਰ ਫੌਰਨ ਖਿੱਚਦੇ। ਮਠਿਆਈਆਂ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੁਸੀਂ ਇੱਥੋਂ ਖਾ ਸਕਦੇ ਹੋ। ਹਰ ਪਾਸੇ ਝੂਲੇ ਲੱਗੇ ਹੋਏ। ਹਾਂਜੀ, ਹੁੱਕਾ ਵੀ ਕਰਦੇ ਕਰ ਲਓ। ਆਏ ਹਾਏ, ਭਾਈ ਹੋਰੀ ਹੁੱਕਾ ਪੀਂਦੇ ਨੇ ਮਾਸ਼ਾਅੱਲਾ। ਡੋਲੀਆਂ, ਫਗੂੜੇ ਲੱਗੇ ਹੋਏ ਨੇ। ਆਹ ਉਹਨੇ ਅਜੇ ਚੱਲ ਰਿਹਾ ਸੀ ਤੇ ਹੁਣ ਰੋਕਿਆ ਹੋਇਆ, ਤੇ ਅੱਗੇ ਵੀ ਕਾਫੀ ਸਾਰੇ ਫਗੂੜੇ ਨੇ। ਰਸ਼ ਬਹੁਤ ਜ਼ਿਆਦਾ। ਆਪਣੀਆਂ ਜੇਬਾਂ ਦੀ ਮੈਨੂੰ ਫਿਕਰ ਹੈ ਕਿ ਜੇਬਾਂ 'ਚ ਮਾਰ ਲਏ। ਤੇ ਅਮਜਦ ਭਾਈ, ਆਪਣੀ ਜੇਬ ਦਾ ਧਿਆਨ ਰੱਖਿਓ ਜੀ। ਮੈਂ ਤੇ ਪਰਸ ਅਗਲੇ ਪਾਸੇ ਪਾ ਲਿਆ ਜੇਬ ਤੇ। ਤਾਂ ਦੱਸੀ ਜਾ ਰਹੇ ਨਾਲ ਵੀ ਅਗਲੀ ਕੋ ਜੇਬ ਚ ਇਹ ਵੀ ਸਹੀ, ਇਹ ਵੀ ਦੱਸਣਾ ਕਿੱਥੇ ਪਾ ਰਹੇ। ਸਾਦਗੀ ਹੈ ਤੁਹਾਡੀ। ਵਾਹ ਜੀ ਵਾਹ, ਭੰਗੂੜਾ ਬੜਾ ਜ਼ਬਰਦਸਤ ਲੱਗਾ। ਤੇ ਉਹ ਵਿੱਚ ਆਵਾਮ ਸਾਰੀ ਬੈਠੀ ਹੋਈ ਹੈ, ਤੇ ਇਹਨਾਂ ਨੇ ਚਲਾਣਾ ਹੈ ਜਾਂ ਪਤਾ ਨਹੀਂ ਅਜੇ ਸਟਾਰਟ ਨਹੀਂ ਕੀਤਾ। ਵਿੱਚ ਸਾਰੇ ਲੋਕ ਬੈਠੇ ਹੋਏ ਤੁਸੀਂ ਦੇਖ ਸਕਦੇ ਹੋ, ਤੇ ਰਸ਼ ਬਹੁਤ ਜ਼ਿਆਦਾ ਹੈ। ਐਸਾ ਲੱਗਦਾ ਹੈ ਕਿ ਪੂਰੇ ਪਾਕਿਸਤਾਨ ਦੀ ਦੁਨੀਆ ਇੱਥੇ ਹੀ ਆ ਗਈ। ਅੱਛਾ ਅਮਜਦ ਭਾਈ, ਇਹ ਮੇਲਾ ਜਿਹੜਾ ਕਿੰਨੀ ਜਗ੍ਹਾ ਤੇ ਹੋਏਗਾ? ਤਕਰੀਬਨ ਸਾਰੇ 10 ਕਿੱਲੇ ਚ ਹੁਣ ਮਿਲਦਾ। ਤਕਰੀਬਨ 10 ਕਿੱਲਿਆਂ ਦੇ ਵਿੱਚ, ਤੇ ਰਸ਼ ਹਰ ਪਾਸੇ ਦੇਖੋਗੇ ਤਾਂ ਇਸ ਤਰ੍ਹਾਂ ਹੀ। ਚਾਰ ਸਵੇਰੇ ਰਸ਼ ਬਿਲਕੁਲ ਇਸ ਤਰ੍ਹਾਂ ਹੀ ਰਸ਼ ਹਰ ਜਿੱਧਰ ਹੀ ਵੇਖੋ। ਹੁਣ ਅਮਜਦ ਭਾਈ ਪਤਾ ਨਹੀਂ ਕਿੱਧਰ ਲਈ ਜਾਣੇ, ਕਿੱਧਰ ਲੈ ਚੱਲੇ ਹੋ? ਅੱਛਾ, ਇਹ ਤਾਂ ਰਸ਼ ਬੜਾ, ਸ਼ੋਰ ਤੁਹਾਨੂੰ ਪਤਾ ਕਿ ਸਮਝ ਨਹੀਂ ਆਉਂਦੀ ਕੁਝ, ਤੇ ਫੋਨ ਕਰਨਾ ਤੇ ਅਸੀਂ ਜਦੋਂ ਬਾਹਰ ਜਾ ਰਹੇ ਹਾਂ, ਚਲਾਗਾ ਢੋਲ ਵਾਲਾ ਵੀ ਆਪਣੇ ਪਿੱਛੇ ਪਿੱਛੇ ਹੀ ਆ ਰਿਹਾ, ਤੇ ਪਤਾ ਲੱਗ ਗਿਆ ਇੱਧਰ ਜਾਣ ਦੇ ਹੁੰਦੇ ਪਿੱਛੇ ਹੀ ਜਾਓ। ਬੜੀ ਬੜਾ ਰਸ਼ ਹੈ। ਇਹ ਹਰ ਸਾਲ ਇਹਨਾਂ ਦਿਨਾਂ 'ਚ ਹੀ ਲੱਗਦਾ? ਹਾਂਜੀ। ਅੱਛਾ, ਵਿਸਾਖ ਤੋਂ ਬਾਅਦ, ਬਾਡੀਆਂ ਤੋਂ ਬਾਅਦ। ਅੱਛਾ ਅੱਛਾ, ਤਕਰੀਬਨ 10-12 ਕਿੱਲੇ, ਬਾਕੀ 10-12 ਕਿੱਲੇ ਜਗ੍ਹਾ ਜਿੱਥੇ ਮੇਲਾ ਲੱਗਾ ਹੋਇਆ, ਤੇ ਹਰ ਪਾਸੇ ਰਸ਼ ਹੀ ਰਸ਼। ਜਦੋਂ
ਤੋਂ ਮੌਤ ਨਾ ਮਾਰੀ ਪਾਵੇ ਤੇਰਾ ਮੇਰੀਆਂ ਹੱਥਾਂ ਤੇ ਲੱਗੀਆਂ ਰਹਿੰਦੀਆਂ ਨੇ ਜਿਹੜਾ ਆਪਣੇ ਲੱਗ ਜਾਂਦੇ ਮੁਹੰਮਦ ਹੁਣ ਅਸੀਂ ਮੇਲੇ ਦੇ ਦੂਸਰੀ ਤਰਫ ਆ ਗਏ ਹਾਂ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਆਪਣੇ ਕਰਤੱਵ ਦਿਖਾ ਰਿਹਾ ਹੈ ਤੇ ਮਾਲਕ ਜਿਹੜਾ ਉਹਨੇ ਦੋ ਅਜਦਹੇ ਨੇ ਉਹ ਉਹਦੇ ਉੱਤੇ ਲਟਾਏ ਹੋਏ ਨੇ ਤੇ ਬਹੁਤ ਸਾਰੀ ਆਵਾਮ ਜਿਹੜੀ ਇਹਨਾਂ ਨੂੰ ਇੱਥੇ ਵੇਖ ਰਹੀ ਹੈ, ਇੰਜੋਏ ਕਰ ਰਹੀ ਹੈ। ਤੇ ਦੂਸਰੀ ਤਰਫ ਮੇਲੇ ਦੇ ਉੱਤੇ ਝੂਲੇ ਲੱਗੇ ਹੋਏ ਜਿਹੜੇ ਨੇ ਉਹ ਚੱਲ ਗਏ ਨੇ ਹੁਣ ਮਾਸ਼ਾਅੱਲਾ, ਤੇ ਬਹੁਤ ਸਾਰੇ ਬੱਚੇ ਤੇ ਖਵਾਤੀਨ ਇਹਨਾਂ ਝੂਲਿਆਂ ਨੂੰ ਇੰਜੋਏ ਕਰਦੇ ਪਏ ਨੇ ਤੇ ਚਾਰ ਚਫੇਰੇ ਤੁਸੀਂ ਦੇਖ ਸਕਦੇ ਹੋ ਕਿ ਜੰਮੇ ਗਫੀਰ ਹੈ। ਬਹੁਤ ਘੱਟ ਮੇਲਿਆਂ ਤੇ ਇੰਨਾ ਤੁਸੀਂ ਰਸ਼ ਵੇਖਿਆ ਹੋਣਾ। ਤੇ ਦੋਸਤੋ, ਜਿਵੇਂ ਕਿ ਤੁਹਾਨੂੰ ਅਰਜ਼ ਕੀਤੀ ਸੀ ਕਿ ਇੱਥੇ ਮੇਲੇ ਦੇ ਉੱਤੇ ਹਰ ਰੰਗ ਦਾ, ਹਰ ਕਿਸਮ ਦਾ ਬੰਦਾ, ਹਰ ਸੋਚ ਦਾ ਬੰਦਾ ਇੰਜੋਏ ਕਰਨ ਆਇਆ ਤੇ ਤੁਹਾਨੂੰ ਇੱਕ ਹੋਰ ਬੰਦੇ ਦੇ ਨਾਲ ਮਿਲਾਉਂਦੇ ਹਾਂ। ਉਹ ਵੇਖ ਸਕਦੇ ਹੋ ਤੁਸੀਂ, ਅੱਜ 28 ਮਈ ਇੰਨਾ ਸਖਤ ਤਰੀਨ ਦਿਨ ਹੈ ਗਰਮੀ ਦਾ, ਤੇ ਬੰਦਾ ਤੁਸੀਂ ਸਾਹਮਣੇ ਵੇਖ ਸਕਦੇ ਹੋ ਜੈਕਟ ਪਾ ਕੇ ਫਿਰਦਾ ਪਿਆ। ਤੇ ਅਮਜਦ ਭਾਈ ਨੇ ਦੱਸਿਆ ਕਿ ਦਿਨ ਹੋਏ, ਰਾਤ ਹੋਏ, ਸਰਦੀ ਹੋਏ, ਗਰਮੀ ਹੋਏ, ਇਹ ਹਰ ਮੌਸਮ ਦੇ ਵਿੱਚ, ਹਰ ਹਾਲ ਦੇ ਵਿੱਚ ਇਹਨੇ ਜੈਕਟ ਨਹੀਂ ਲਾਣੀ, ਇਹ ਜੈਕਟ ਪਾ ਕੇ ਹੀ ਰਹਿੰਦਾ। ਨਾਲੇ ਅਮਜਦ ਭਾਈ ਕਹਿ ਰਹੇ ਕਿ ਇਹਨਾਂ ਨੂੰ ਮੈਂ ਅਕਸਰ ਕਈਆਂ ਮੇਲਿਆਂ 'ਤੇ ਵੇਖਿਆ ਹੈ। ਫੈਸਲਾਬਾਦ ਦੇ ਵਿੱਚ ਜਿੰਨੇ ਵੀ ਮੇਲੇ ਜ਼ਿਆਦਾਤਰ ਲੱਗਦੇ ਨੇ ਮਸ਼ਹੂਰ ਮਰੂਫ, ਇਹ ਉਹਨਾਂ ਸਾਰਿਆਂ ਮੇਲਿਆਂ 'ਤੇ ਹਸਤੀ ਭਾਈਆਨ ਪਹੁੰਚੇ ਹੁੰਦੇ ਨੇ। ਮੇਲੇ ਦੀ ਇਸ ਸਾਈਡ 'ਤੇ ਤੁਸੀਂ ਵੇਖ ਰਹੇ ਹੋ ਕਿ ਮਸ਼ਹੂਰ ਮਰੂਫ ਪਾਕਿਸਤਾਨ ਦੇ ਜਿਹੜੇ ਬੈਂਡ ਨੇ ਉਹ ਆਪਣੀ ਪਰਫਾਰਮੈਂਸ ਦਿਖਾ ਰਹੇ ਨੇ। ਅਤੇ ਆਹ ਜਿਹੜਾ ਬੈਂਡ ਹੈ ਇਹ ਮਸ਼ਹੂਰ ਮਰੂਫ ਹਸਤੀ ਉਸਤਾਦ ਨਜ਼ਾਕਤ ਅਲੀ ਖਾਨ ਮਰਹੂਮ, ਅੱਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮਕਾਮ ਅਤਾ ਫਰਮਾਏ, ਇਹ ਉਹਨਾਂ ਦੇ ਭਾਈ ਸਾਹਮਣੇ ਬੈਠੇ ਹੋਏ ਨੇ। ਉਹਨਾਂ ਦਾ ਮਸ਼ਹੂਰ ਗਾਣਾ ਸੀ ਦਰਦ ਰੁਕਤਾ ਨਹੀਂ ਏਕ ਪਲ ਵੀ, ਚੋਟ ਨਜ਼ਰੋਂ ਕੀ ਐਸੀ ਲੱਗੀ ਹੈ। ਇਹ ਉਹਨਾਂ ਦੇ ਭਾਈ ਨੇ, ਇਹ ਇੰਡੀਆ 'ਚ ਪਰਫਾਰਮ ਹੀ ਕਰਕੇ ਆਏ ਨੇ ਤੇ ਇੱਥੇ ਵੀ ਇਹਨਾਂ ਨੇ ਆਪਣੇ ਬੈਂਡ ਦੇ ਨਾਲ ਹਾਜ਼ਰ ਹੋਏ ਨੇ ਤੇ ਇੱਥੇ ਪਰਫਾਰਮੈਂਸ ਦਿਖਾ ਰਹੇ ਨੇ। ਤੇ ਹੋਰ ਬਹੁਤ ਸਾਰੇ ਬੈਂਡ ਆਉਣਗੇ, ਤੁਸੀਂ ਦੇਖੋਗੇ ਕਿ ਇੱਥੇ ਆ ਕੇ ਆਪਣੀ ਆਪਣੀ ਪਰਫਾਰਮੈਂਸ ਦਿਖਾ ਰਹੇ ਨੇ। ਮੁਖਤਲਿਫ ਬੈਂਡ ਨੇ ਜਿਹੜੇ ਇੱਥੇ ਆ ਕੇ ਆਪਣੀ ਪਰਫਾਰਮੈਂਸ ਦਿਖਾਉਂਦੇ ਨੇ। ਬਾਬਾ ਸਾਦਕ ਸਾਈਂ ਦੇ ਨਾਲ ਤੁਸੀਂ ਬੰਦਿਆਂ ਦੀ, ਲੋਕਾਂ ਦੀ ਅਕੀਦਤ ਵੇਖ ਸਕਦੇ ਹੋ ਕਿ ਇੱਥੇ ਫੀ ਸਬੀਲਿਲ੍ਲਾਹ ਹਵਾ ਦੇ ਰਹੇ ਨੇ ਲੋਕਾਂ ਨੂੰ, ਤਾਂ ਕਿ ਜਿੰਨੀ ਗਰਮੀ ਹੈ 28 ਮਈ ਬੜਾ ਗਰਮ ਤਰੀਨ ਦਿਨ ਹੈ ਤੇ ਉਸ ਦਿਨ ਦੇ ਉੱਤੇ ਵੀ ਫਿਰ ਇੰਨੀ ਗਰਮੀ ਦੇ ਬਾਵਜੂਦ ਲੋਕਾਂ ਨੂੰ ਹਵਾ ਦੇ ਰਹੇ ਨੇ ਫੀ ਸਬੀਲਿਲ੍ਲਾਹ। ਲੇਕਿਨ ਕੋਈ ਆਪਣੀ ਮਰਜ਼ੀ ਦੇ ਨਾਲ ਕੋਈ 5-10 ਰੁਪਏ ਦੇ ਦਿੰਦਾ ਤੇ ਉਹ ਖੁਸ਼ੀ ਨਾਲ ਰੱਖ ਵੀ ਲੈਂਦੇ ਨੇ। ਆ ਤੁਸੀਂ ਧੁਨ ਪਿੱਛੇ ਸੁਣ ਰਹੇ ਹੋ, ਇਹ ਬੜੀ ਮਸ਼ਹੂਰ ਮਰੂਫ ਗਾਣੇ ਦੀ ਧੁਨ ਹੈ। ਇਹ ਉਸਤਾਦ ਭੋਲੇ ਖਾਂ, ਇਹ ਵੀ ਇੰਡੀਆ 'ਚ ਪਰ ਮਸ਼ਹੂਰ ਹਸਤੀ ਹੈ, ਇੰਡੀਆ 'ਚ ਪਰਫਾਰਮ ਵੀ ਕਰ ਰਹੇ ਨੇ ਤੇ ਇੱਥੇ ਵੀ ਇਹਨਾਂ ਦਾ ਬੜਾ ਹੀ ਨਾਂ ਚੱਲਦਾ ਹੈ। ਤੇ ਫੈਸਲਾਬਾਦ ਦੀ ਇਹ ਵੀ ਬੜੀ ਮਸ਼ਹੂਰ ਹਸਤੀ ਤੇ ਪਾਕਿਸਤਾਨ ਦਾ ਇੱਕ ਜਾਣਾ ਪਹਿਚਾਣਾ ਨਾਂ ਹੈ। ਇਹ ਵੀ ਇੱਥੇ ਪਰਫਾਰਮ ਕਰਨ ਵਾਸਤੇ ਆਪਣੇ ਬੈਂਡ ਦੇ ਨਾਲ ਹਾਜ਼ਰ ਹੋਏ ਨੇ।
ਇੱਕ ਹੋਰ ਸਾਡਾ ਸਰਾਇਕੀ ਤੇ ਮਿੱਠਾ ਬੈਂਡ ਜਿਹੜਾ ਕਿ ਰਹੀਮ ਯਾਰ ਖਾਨ ਤੋਂ ਤਸ਼ਰੀਫ ਲੈ ਕੇ ਆਏ ਨੇ, ਉਹ ਵੀ ਇੱਥੇ ਅੱਜ ਪਰਫਾਰਮ ਕਰ ਰਹੇ ਨੇ, ਤੇ ਸੁਣੋ ਤੇ ਇੰਜੋਏ ਕਰੋ। ਤੇ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ। ਮੈਨੂੰ ਤੇ ਮੇਰੇ ਨਾਲ ਭਾਈ ਅਮਜਦ ਨੂੰ ਵੀ ਇਜਾਜ਼ਤ ਦਿਓ। ਨੈਕਸਟ ਵੀਡੀਓ 'ਚ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਗਰ ਵੀਡੀਓ ਅੱਛੀ ਲੱਗੇ ਤੇ ਲਾਈਕ ਸਬਸਕ੍ਰਾਈਬ ਲਾਜ਼ਮੀ ਕਰਿਓ ਜੇ। ਥੈਂਕ ਯੂ ਸੋ ਮਚ। ਆਪਣਾ ਤੇ ਆਪਣੇ ਦੋਸਤਾਂ ਦਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।